ਅਤੇ 7 ਜਨਵਰੀ ਤੋਂ ਲੱਗਿਆ ਕੌਮੀ ਇਨਸਾਫ ਮੋਰਚਾ, ਜਿਹੜੀ ਅਸੀਂ ਕੌਮੀ ਇਨਸਾਫ ਮੋਰਚੇ ਵੱਲੋਂ 26 ਜਨਵਰੀ ਦੀ ਕਾਲ ਦਿੱਤੀ ਸੀ ਸੰਗਤਾਂ ਨੂੰ, ਉਹ ਕੱਲ ਸਾਡਾ ਸੰਪੂਰਨ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰਕੇ ਅਸੀਂ ਉਹ ਰੋਸ ਮਾਰਚ ਕੱਲ ਸ਼ੁਰੂ ਕਰਿਆ। ਸੰਗਤਾਂ ਨੇ ਉਹ 'ਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਉਹ 'ਚ ਸ਼ਾਮਲ ਹੋ ਕੇ ਬਹੁਤ ਵੱਡੇ ਪੱਧਰ ਤੇ ਸੰਗਤਾਂ ਪਹੁੰਚੀਆਂ। ਅਸੀਂ ਉਹਨਾਂ ਸ਼ਾਮਲ ਹੋਣ ਵਾਲੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕੌਮੀ ਇਨਸਾਫ ਮੋਰਚੇ ਵੱਲੋਂ। ਉਸ ਤੋਂ ਬਾਅਦ ਜਿਹੜਾ ਵਿਦੇਸ਼ਾਂ 'ਚ ਬੈਠ ਕੇ ਸੰਗਤਾਂ ਨੇ ਅਰਦਾਸਾਂ ਕੀਤੀਆਂ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸੋ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਕੱਲ ਸ਼ਾਂਤਮਈ ਤਰੀਕੇ ਨਾਲ ਜੋ ਸਾਡਾ ਮਿਸ਼ਨ ਹੈ, ਮੋਰਚੇ ਵੱਲੋਂ ਬੇਨਤੀਆਂ ਕੀਤੀਆਂ ਗਈਆਂ ਸੀ ਵੀ ਸਾਡਾ ਇਹ ਰੋਸ ਮਾਰਚ ਸਰਕਾਰ ਦੀ ਨੀਤੀਆਂ ਦੇ ਖਿਲਾਫ ਇੱਕ ਪ੍ਰੋਟੈਸਟ ਹੋਏਗਾ, ਸ਼ਾਂਤਮਈ ਹੋਏਗਾ। ਸੋ ਸੰਗਤਾਂ ਨੇ ਸਾਡੀ ਬੇਨਤੀ ਨੂੰ ਮੰਨਦੇ ਹੋਏ, ਜਿਸ ਵਿੱਚ ਨੌਜਵਾਨਾਂ ਦੀ ਬਹੁਤ ਵੱਡੇ ਪੱਧਰ ਤੇ ਸ਼ਮੂਲੀਅਤ ਸੀ ਤੇ ਵੱਖ-ਵੱਖ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਨਿਹੰਗ ਸੰਘ ਜਥੇਬੰਦੀਆਂ, ਸੰਤ ਮਹਾਂਪੁਰਸ਼, ਕਾਰ ਸੇਵਾ ਵਾਲੇ ਮਹਾਂਪੁਰਸ਼ ਤੇ ਹੋਰ ਬਹੁਤ ਰਾਜਸੀ ਤੇ ਧਾਰਮਿਕ ਜਥੇਬੰਦੀਆਂ ਵਿੱਚ ਸ਼ਾਮਲ ਹੋ ਕੇ ਬਹੁਤ ਵੱਡੀ ਗਿਣਤੀ 'ਚ ਹਾਜ਼ਰੀ ਲਵਾਈ ਹੈ। ਸੋ ਅਸੀਂ ਉਹਨਾਂ ਦਾ ਬਾਰ-ਬਾਰ ਧੰਨਵਾਦ ਕਰਦੇ ਹਾਂ। ਦੂਜੇ ਪਾਸੇ ਸਰਕਾਰ ਨੂੰ ਕੱਲ ਦੇ ਜਿਹੜਾ ਰੋਸ ਮਾਰਚ ਕੱਢਿਆ ਗਿਆ, ਕਿਉਂਕਿ ਉਹ ਸੰਵਿਧਾਨ ਜਿਹੜਾ ਜਿਸ ਦੇ ਤਹਿਤ ਸਰਕਾਰਾਂ ਬਣਦੀਆਂ, ਪਰੰਤੂ ਉਹ ਸਰਕਾਰਾਂ ਸਿੱਖਾਂ ਨੂੰ ਬਰਾਬਰਤਾ ਦਾ ਹੱਕ ਨਹੀਂ ਦਿੰਦੀਆਂ। ਇਸ ਲਈ ਸਾਡਾ ਰੋਸ ਸੀ। ਇੱਕ ਬਹੁਤ ਵੱਡੀ ਕੱਲ ਸਰਕਾਰ ਨੇ ਸਿੱਖਾਂ ਦੇ ਪ੍ਰਤੀ ਇੱਕ ਨਫ਼ਰਤ ਭਰਿਆ ਵਤੀਰਾ ਕੀਤਾ ਕਿ ਜਿਹੜੀ ਝਾਕੀ ਉੱਥੇ ਲਾਲ ਕਿਲੇ ਦੇ ਸਾਹਮਣੇ 26 ਜਨਵਰੀ ਗਣਤੰਤਰ ਦਿਵਸ ਨੂੰ ਸ਼ਾਮਲ ਹੋਣੀ ਸੀ ਪੰਜਾਬ ਵੱਲੋਂ, ਉਹ ਝਾਕੀ ਉਹਨਾਂ ਨੇ ਸ਼ਾਮਲ ਨਹੀਂ ਹੋਣ ਦਿੱਤੀ, ਕਿਉਂਕਿ ਉਹ ਝਾਕੀ 'ਚ ਗੁਰਦੁਆਰਾ ਸਾਹਿਬ ਦਾ ਮਾਡਲ ਸੀ ਤੇ ਦੂਜਾ ਇੱਕ ਸਿੰਘ ਕੜਾਹੇ 'ਚ ਖੁਰਚਣਾ ਫੇਰਿਆ ਜਿਹੜਾ ਲੰਗਰ ਦਾ ਪ੍ਰਤੀਕ ਸੀ, ਪਰੰਤੂ ਉਹਨਾਂ ਨੇ ਇਸ ਤੇ ਉਹ ਝਾਕੀ ਸ਼ਾਮਲ ਨਹੀਂ ਹੋਣ ਦਿੱਤੀ ਉਸ ਪਰੇਡ 'ਚ। ਇਹ ਸਰਕਾਰ ਦੀ ਬਹੁਤ ਇੱਕ ਗਲਤ ਨੀਤੀ ਹੈ, ਜਿਹੜੀ ਸਿੱਖਾਂ ਨੂੰ ਇੱਕ ਗੁਲਾਮੀਅਤ ਦਾ ਮੈਂ ਕਹਿੰਦਾ ਅਹਿਸਾਸ ਕਰਾਉਣ ਵਾਲੀ ਨੀਤੀਆਂ, ਬਈ ਸਿੱਖ ਇਸ ਦੇਸ਼ ਵਿੱਚ ਉਹਨਾਂ ਦਾ ਕੋਈ ਯੋਗਦਾਨ ਨਹੀਂ, ਸਰਕਾਰਾਂ ਵੱਲੋਂ ਇਹ ਕੀਤਾ ਜਾ ਰਿਹਾ। ਦੂਜਾ, ਸਰਕਾਰ ਨੂੰ ਕੱਲ ਦੇ ਰੋਸ ਮਾਰਚ ਤੋਂ ਦੇਖ ਲੈਣਾ ਚਾਹੀਦਾ ਬਈ ਸੰਗਤਾਂ ਬਹੁਤ ਵੱਡੇ ਪੱਧਰ ਤੇ ਪਹੁੰਚੀਆਂ। ਜਥੇਦਾਰ ਜਗਤਾਰ ਸਿੰਘ ਹਵਾਰਾ ਤੇ ਉਹਨਾਂ ਦੇ ਬੰਦੀ ਸਿੰਘਾਂ ਦੀ ਟੀਮ ਤੇ ਜਿਹੜੇ ਸਰਕਾਰਾਂ ਵੱਲੋਂ ਵੱਖਵਾਦੀ, ਅੱਤਵਾਦੀ ਤੇ ਕਾਤਲਾਂ ਦਾ ਲੇਬਲ ਲਾਇਆ ਜਾ ਰਿਹਾ, ਕੱਲ ਉਹ ਸੰਗਤਾਂ ਨੇ ਪਹਿਲਾਂ ਤਾਂ 2015 'ਚ ਚੱਬੇ ਦੀ ਧਰਤੀ ਦੇ ਸਰਬੱਤ ਖਾਲਸਾ ਵੱਲੋਂ ਉਹਨਾਂ ਦੇ ਹੱਕ 'ਚ ਹਾਦਾ ਨਾਰਾ ਮਾਰ ਕੇ ਇੱਕ ਸਬੂਤ ਦਿੱਤਾ ਸੀ ਵੀ ਜਥੇਦਾਰ ਜਗਤਾਰ ਸਿੰਘ ਹਵਾਰਾ ਸਾਡੇ ਸ੍ਰੀ ਅਕਾਲ ਤਖਤ ਦਾ ਜਥੇਦਾਰ ਥਾਪਿਆ ਸੀ। ਸਰਕਾਰਾਂ ਜੋ ਸੋਚਦੀਆਂ ਉਹ ਸੰਗਤਾਂ ਦੇ ਪ੍ਰਤੀ ਬਿਲਕੁਲ ਉਹ ਨਹੀਂ, ਪਰ ਕੱਲ ਸੰਗਤਾਂ ਨੇ ਉਹਨਾਂ ਦੇ ਹੱਕ ਵਿੱਚ ਹਾਦਾ ਨਾਰਾ ਮਾਰ ਕੇ ਬਹੁਤ ਵੱਡਾ ਸਬੂਤ ਦਿੱਤਾ। ਸੋ ਅਸੀਂ ਸਰਕਾਰਾਂ ਨੂੰ ਦੇਖ ਲੈਣਾ ਚਾਹੀਦਾ, ਜਿਹੜਾ ਇਹ ਕੱਲ ਦਾ ਰੋਸ ਮਾਰਚ ਸੀ ਇਸ ਤੋਂ ਅੰਦਾਜ਼ਾ ਲਾ ਲੈਣਾ ਚਾਹੀਦਾ। ਜੇ ਕਿਤੇ ਸਰਕਾਰਾਂ ਜਿਨ੍ਹਾਂ 4 ਮੁੱਦਿਆਂ ਨੂੰ ਅਸੀਂ 3 ਮੁੱਦੇ ਸਰਕਾਰਾਂ ਨਾਲ ਸੰਬੰਧਿਤ ਹੈ, ਜੇ ਉਹਨਾਂ ਤੇ ਸਾਨੂੰ ਇਨਸਾਫ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਅਸੀਂ ਇਸ ਤੋਂ ਵੀ ਕੋਈ ਵੱਡਾ ਪ੍ਰੋਗਰਾਮ ਉਲੀਕਣਾ ਤੇ ਸਰਕਾਰਾਂ ਨੂੰ ਇਸ ਬਾਰੇ ਸੋਚ ਲੈਣਾ ਚਾਹੀਦਾ। ਹੁਣ ਮੈਂ ਬੇਨਤੀ ਕਰਾਂਗਾ ਚਹਿਲ ਸਾਹਿਬ ਨੂੰ, ਉਹ ਇਹਦੇ ਬਾਰੇ ਕੋਈ 2 ਬੋਲ ਕਹਿਣ। ਜੀ ਕੱਲ੍ਹ ਅਸੀਂ 11 ਵਜੇ ਮੋਰਚੇ ਦੀ ਜਿਹੜੀ ਆ ਮਾਰਚ ਦੀ ਸ਼ੁਰੂਆਤ ਕੀਤੀ ਸੀ। 11 ਤੋਂ ਲੈ ਕੇ 1 ਵਜੇ ਤੱਕ ਗੱਡੀਆਂ ਦਾ ਜਿਹੜਾ ਹੈ ਸ਼ਾਮਲ ਹੋਣ ਦਾ ਜਿਹੜਾ ਪ੍ਰੋਸੈਸ ਉਹ ਜਾਰੀ ਰਿਹਾ। ਮਤਲਬ ਉਹਦੀ ਤੁਸੀਂ ਗਿਣਤੀ ਮਿਣਤੀ ਆਪ ਹੀ ਕਰ ਸਕਦੇ ਹੋ ਕਿ ਕਿੰਨੀ ਵੱਡੀ ਤਾਦਾਦ ਦੇ ਵਿੱਚ ਗੱਡੀਆਂ ਸਨ, ਸੰਗਤਾਂ ਸਨ ਤੇ ਜਿਹੜੇ ਉਹਨਾਂ ਵਿੱਚ ਕਿੰਨੇ ਟਰੈਕਟਰ ਸਨ, ਕਿੰਨੀਆਂ ਕਾਰਾਂ ਸਨ, ਕਿੰਨੇ ਸਕੂਟਰ ਸਨ, ਕਿੰਨੀਆਂ ਬੱਸਾਂ ਸਨ। ਮਤਲਬ ਉਹਨਾਂ ਦੀ ਕੋਈ ਸ਼ਮੂਲੀਅਤ ਦੀ ਜਿਹੜੀ ਹੈਗੀ ਗਿਣਤੀ ਨਹੀਂ ਰਹੀ। ਔਰ ਉਸ ਦੇ ਨਾਤੇ ਜਿਹੜਾ ਹੈ ਫਿਰ ਇਹਦੀ ਸ਼ਾਂਤਮਈ ਜਿਹੜਾ ਇਸ ਪ੍ਰੋਟੈਸਟ ਮਾਰਚ ਦਾ ਖਤਮ ਹੋਣਾ ਇੱਕ ਹੋਰ ਆਲਾ ਇਹਦਾ ਐਗਜ਼ਾਮਪਲ ਹੈ
ਵੀ ਜਿਹੜੀ ਸਰਕਾਰ ਕਹਿੰਦੀ ਹੈ ਵੀ ਅਸੀਂ ਗੈਰ ਕਾਨੂੰਨੀ ਗੱਲ ਕਰਦੇ ਹਾਂ, ਦਰਅਸਲ ਗੈਰ ਕਾਨੂੰਨੀ ਉਹ ਕਰਦੇ ਨੇ। ਇਸ ਤੋਂ ਵੱਡੀ ਬਦਕਿਸਮਤੀ ਕੀ ਹੋ ਸਕਦੀ ਵੀ ਪੰਜਾਬ ਦਾ ਚੀਫ ਮਿਨਿਸਟਰ ਹੀ ਗਵਰਨਮੈਂਟ ਆਫ ਇੰਡੀਆ ਦੇ ਬੋਲੀ ਜਾਂਦਾ ਖਿਲਾਫ ਵੀ ਤੁਸੀਂ ਪੰਜਾਬ ਨੂੰ ਮਨਫੀ ਕਰ ਦਿੱਤਾ ਹੈ, ਆਪਣੀ ਉਹਨਾਂ ਦੀ ਝਾਕੀ ਨਹੀਂ ਦਿੱਤੀ। ਇਹਦਾ ਮਤਲਬ ਹੈ ਵੀ ਪੰਜਾਬ ਗਵਰਨਮੈਂਟ ਦੀ ਸਰਕਾਰ ਵੀ ਜਿਹੜੀ ਆ ਉਹਨੂੰ ਮਾਨਤਾ ਜਿਹੜੀ ਹੈ ਗਵਰਨਮੈਂਟ ਆਫ ਇੰਡੀਆ ਨਹੀਂ ਦੇ ਰਹੀ, ਉਹਨਾਂ ਦੇ ਨਾਲ ਕਿੰਨੀ ਵੱਡੀ ਕਸ਼ਮਕਸ਼ ਆ ਰਹੀ ਹੈ। ਇਸ ਤੋਂ ਵੱਡਾ ਹੋਰ ਇਹ ਕਾਨੂੰਨ ਕਿਹੜਾ ਲਿਖਿਆ ਹੈ? ਆਪਣੇ ਵਿਧਾਨ ਦੀ ਆਪਾਂ ਗੱਲ ਕਰਦੇ ਹਾਂ, ਵਿਧਾਨ ਦੇ ਵਿੱਚ ਗਵਰਨਰ ਦਾ ਕੀ ਸਟੇਟਸ ਹੈ? ਗਵਰਨਰ ਇਸ ਵੇਲੇ ਜਿਹੜਾ ਹੈ ਜਾ ਕੇ ਪਬਲਿਕ ਮੀਟਿੰਗ ਕਰ ਰਿਹਾ ਹੈ ਸਟੇਟ ਦੇ ਵਿੱਚ, ਉਹਦਾ ਕੀ ਹੱਕ ਬਣਦਾ ਹੈ? ਕਿਹੜੇ ਕਾਨੂੰਨ ਦੀਆਂ ਗੱਲਾਂ ਕਰਦੇ ਨੇ, ਕਿਹੜੇ ਕਨਸਟੀਟਿਊਸ਼ਨ ਦੀਆਂ ਗੱਲਾਂ ਕਰਦੇ ਨੇ? ਉਹ ਸਿਰਫ ਔਨ ਦੀ ਐਡਵਾਈਸ ਆਫ ਦੀ ਕਾਉਂਸਲ ਆਫ ਮਿਨਿਸਟਰ ਦੇ ਕਰਤੱਵ ਨੂੰ ਜਿਹੜਾ ਕਰ ਸਕਦਾ ਹੈ, ਉਹਦੇ ਤੇ ਉਹਨੇ ਸਿਰਫ ਤੇ ਸਿਰਫ ਹਾਂ ਕਰਨੀ ਆ, ਦੱਸੋ ਕਰਨੇ ਨੇ। ਉਸ ਤੋਂ ਸਿਵਾਏ ਉਹਦੀ ਪਬਲਿਕ ਮੀਟਿੰਗ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ। ਉਹ ਪਬਲਿਕ ਮੀਟਿੰਗ ਕਿਉਂ ਕਰ ਰਿਹਾ ਹੈ? ਇਹਦਾ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਕਿ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਗਵਰਨਰ ਰੂਲ ਕਰਕੇ ਤੇ ਭੰਗ ਕਰ ਦੇਣ ਮਾਨ ਦੀ ਸਰਕਾਰ, ਤੇ ਭੰਗ ਕਰਕੇ ਫਿਰ ਜਿਹੜਾ ਹੈ ਗਵਰਨਰ ਜਿਹੜਾ ਹੈ ਉਹ ਆਪਣੀਆਂ ਚਾਮਦੀਆਂ ਚਲਾਵੇ। ਇਸ ਗੱਲ ਤੋਂ ਸਾਨੂੰ ਇਹ ਮਹਿਸੂਸ ਹੁੰਦਾ ਹੈ। ਸੋ ਇਹ ਕਾਨੂੰਨ ਦੀਆਂ ਗੱਲਾਂ, ਇਹ ਕਾਨੂੰਨ ਇਸ ਮੁਲਕ ਦੇ ਵਿੱਚ ਕਿਹੜੇ ਕਾਨੂੰਨ ਦੀਆਂ ਗੱਲਾਂ ਕਰਦੇ ਨੇ? ਜਦੋਂ ਇਸ ਤਰ੍ਹਾਂ ਦਾ ਕਾਨੂੰਨ ਆਪ ਹੀ ਆਪਣੇ ਨਾਮ ਸੰਵਿਧਾਨ ਨੂੰ ਮੰਨਦੇ ਨੇ, ਨਾ ਕਿਸੇ ਸਿਸਟਮ ਨੂੰ ਮੰਨਦੇ ਨੇ, ਤੇ ਲੋਕਾਂ ਨੂੰ ਜਿਹੜਾ ਕਹਿੰਦੇ ਸਾਡਾ ਕਾਨੂੰਨ ਮੰਨੋ, ਕਾਨੂੰਨ ਮੰਨੋ, ਕੌਣ ਮੰਨੇਗਾ? ਸੋ ਜਿਸ ਮੁਲਕ ਦੇ ਵਿੱਚ ਇਸ ਤਰ੍ਹਾਂ ਦੀ ਹਫਰਾ ਤਫਰੀ ਆਪ ਹੀ ਸਰਕਾਰ ਪਾ ਦਿੰਦੀ, ਉਹ ਸਰਕਾਰ ਨਹੀਂ ਚੱਲ ਸਕਦੀ। ਭਾਵੇਂ ਮੋਦੀ ਆ ਜਾਏ, ਭਾਵੇਂ ਮੋਦੀ ਵਰਗੇ 50 ਮੋਦੀ ਆ ਜਾਣ, ਇਸ ਮੁਲਕ ਦੇ ਵਿੱਚ ਅਮਨ ਨਹੀਂ ਆਏਗਾ, ਬੇਅਮਨੀ ਆਏਗੀ। ਇਸ ਕਰਕੇ ਇਹਨਾਂ ਨੂੰ ਸੋਚ ਲੈਣਾ ਚਾਹੀਦਾ ਵੀ ਲੋਕਾਂ ਦੇ ਹੱਕਾਂ ਦਾ ਖਿਲਾਵੜ ਕਰਕੇ ਇਹ ਨਹੀਂ ਚੱਲ ਸਕਣਗੇ। ਇਹਨਾਂ ਨੂੰ ਇਹਨਾਂ ਦੀ ਡਿਊਟੀ ਬਣਦੀ ਹੈ ਵੀ ਕਾਨੂੰਨ ਦੀਆਂ ਗੱਲਾਂ ਕਰਦੀਆਂ ਪਹਿਲੇ ਆਪ ਕਾਨੂੰਨ ਤੇ ਜਿਹੜਾ ਹੈ ਪਹਿਰਾ ਦੇਣ। ਇਹ ਨਹੀਂ ਦੇ ਰਹੇ। ਇਸ ਕਰਕੇ ਜਿਹੜਾ ਹੈ ਹਰ ਜਿਹੜਾ ਹੈ ਸੂਬੇ ਦੇ ਵਿੱਚ ਕੋਈ ਨਾ ਕੋਈ ਜਿਹੜਾ ਪ੍ਰੋਬਲਮ ਪੈਦਾ ਹੋ ਰਹੀ ਹੈ, ਅਮਨ ਨਹੀਂ ਹੈਗਾ। ਇਹ ਮਤ ਸਮਝਣ ਵੀ ਇੱਥੇ ਜਿਹੜਾ ਹਿੰਦੂ ਰਾਸ਼ਟਰ ਬਣ ਜਾਏਗਾ। ਆਪਾਂ ਇਤਿਹਾਸ ਨੂੰ ਕਿੱਦਾਂ ਭੁੱਲ ਜਾਾਂਗੇ? ਜੇ ਔਰੰਗਜ਼ੇਬ ਵਰਗਾ ਏਡਾ ਵੱਡਾ ਬਾਦਸ਼ਾਹ, ਜਿਹਦੀ ਬਾਦਸ਼ਾਹਤ ਜਿਹੜੀ ਸੀ ਅਫਗਾਨਿਸਤਾਨ, ਇਰਾਕ, ਸਾਰਾ ਜਿਹੜਾ ਮੁਲਕ ਹੁਣ ਪਾਕਿਸਤਾਨ 'ਚ ਗਿਆ, ਬੰਗਲਾਦੇਸ਼ ਬਣਿਆ ਹੈ, ਲੰਕਾ ਤੁਰਿਆ ਫਿਰਦਾ ਹੈ, ਉਹ ਸਾਰਾ ਉਹਦੇ ਰਾਜ ਦੇ ਵਿੱਚ ਸੀ। ਉਹ ਨਹੀਂ ਸੀ ਮੁਸਲਮਾਨ ਦਾ ਜਿਹੜਾ ਇੱਕ ਰਾਸ਼ਟਰ ਬਣਾ ਸਕਿਆ। ਇਹ ਕਿੱਥੋਂ ਬਣਾ ਕੇ? ਹੁਣ ਤਾਂ ਮਾੜੀ ਮੋਟੀ ਡੈਮੋਕ੍ਰੇਸੀ ਹੈ। ਆਇਆ ਕਨਸਟੀਟਿਊਸ਼ਨ ਇਹ ਹੱਕ ਦਿੰਦਾ ਹੈ ਕਿ ਤੁਸੀਂ ਇਹਨੂੰ ਜਿਹੜਾ ਹਿੰਦੂ ਰਾਸ਼ਟਰ ਬਣਾ ਦਿਓ। ਜੇ ਹਿੰਦੂ ਰਾਸ਼ਟਰ ਦੀ ਗੱਲ ਕਹਿੰਦੀ, ਉਹ ਤੇ ਸੱਤਵਾਦੀ ਨੇ, ਉਹ ਜਿਹੜੇ ਨੇ ਦੇਸ਼ ਭਗਤ ਨੇ, ਤੇ ਜੇ ਕੋਈ ਹੋਰ ਆਪਣੇ ਹੱਕ ਮੰਗਦਾ ਤੇ ਉਹ ਟੈਰੋਰਿਸਟ ਬਣ ਜਾਂਦੇ ਨੇ, ਉਹ ਦੇਸ਼ ਦੇ ਗਦਾਰ ਬਣ ਜਾਂਦੇ ਨੇ। ਉਹਨਾਂ ਤੇ ਜੋ ਮਰਜ਼ੀ ਐਕਟ ਲਾ ਕੇ ਸਾਲਾਂ ਬੱਧੀ ਉਹਨਾਂ ਦੇ ਕੇਸ ਚਲਾਈ ਜਾਂਦੇ ਨੇ। ਸੋ ਇਹ ਸਿਸਟਮ ਜਿਹੜਾ ਹੈ ਆਪਣੇ ਆਪ ਹੀ ਕੋਲੈਪਸ ਹੋ ਰਿਹਾ, ਇਹਨੇ ਕੋਲੈਪਸ ਹੋ ਜਾਣਾ ਹੈ। ਤੇ ਇਸ ਤਰ੍ਹਾਂ ਜਿਹੜਾ ਹੈ ਦੋਸ਼ ਜਿਹੜਾ ਹੈ ਸਾਡੇ ਵਰਗੇ ਸੱਜਣਾ ਦੇ ਦਿੰਦੇ ਨੇ, ਜਿਹੜੇ ਕਿ ਅਸੀਂ ਕਹਿੰਦੇ ਆ ਤੁਹਾਡਾ ਕਾਨੂੰਨ ਜਿਹੜਾ ਹੈ ਉਹਨੂੰ ਪਾਲਣਾ ਕਰੋ, ਤੁਸੀਂ ਉਹਦੇ ਤੇ ਪਾਬੰਦ ਰਹੋ, ਲੋਕਾਂ ਨੂੰ ਉਹਨਾਂ ਦੇ ਹੱਕ ਦਿਓ। ਇਹ ਨਹੀਂ ਕਰ ਰਹੇ ਤੇ ਗੈਰ ਕਾਨੂੰਨੀ ਕਰ ਰਹੇ ਨੇ, ਇਹ ਟੁੱਟਣਗੇ ਜੀ। ਬਹੁਤ ਬਹੁਤ ਮਿਹਰਬਾਨੀ। ਬਾਪੂ ਜੀ, ਕੇਂਦਰ ਸਰਕਾਰ ਤੇ ਇੱਕ ਨੁਮਾਇੰਦੇ ਦਾ ਬਿਆਨ ਆਇਆ ਹੈ ਕਿ ਜੇ ਇੰਨੇ ਬੰਦੀ ਸਿੰਘਾਂ ਦੇ ਵਿੱਚੋਂ ਅਸੀਂ 9-10 ਬੰਦੀ ਸਿੰਘ ਜਿਹੜੇ ਨੇ ਉਹ ਛੱਡਦੇ ਨੇ ਤੇ ਬਾਕੀ ਵੀ ਲੀਗਲ ਕਾਰਵਾਈ ਕਰਦੇ ਹੀ ਸਾਰੇ ਛੱਡ ਦਾਂਗੇ। ਦੇਖੋ, ਦੱਸਣ ਤਾਂ ਸੀ ਵੀ ਕਿਹੜੇ ਛੱਡੇ ਆ, ਕਿਹੜੇ ਨੌਆਂ 'ਚੋਂ ਰਹਿਣੇ ਆ, ਉਹ ਇਹ ਤਾਂ ਸਪਸ਼ਟ ਕਰਨ। ਉਹ 6 ਫਰਵਰੀ 2022 ਨੂੰ ਸਾਡੀ ਉਹ ਜਿਸ ਉਸ ਦਾ ਬਿਆਨ ਆਇਆ ਮੰਤਰੀ ਦਾ, ਗਜਿੰਦਰ ਸ਼ੇਖਾਵਤ ਦਾ, ਸਾਡੀ 6 ਫਰਵਰੀ 2022 ਨੂੰ ਉਹਦੇ ਨਾਲ ਮੀਟਿੰਗ ਹੋਈ ਸੀ ਫਗਵਾੜੇ 'ਚ। ਉਹਨੇ ਉਸ ਟਾਈਮ ਵੀ ਵਾਅਦਾ ਕੀਤਾ ਸੀ ਵੀ ਮੈਂ ਇਹਨਾਂ ਨੂੰ ਜਲਦੀ ਰਿਹਾ ਕਰਾਵਾਂਗਾ। ਅਮਿਤ ਸ਼ਾਹ ਨਾਲ ਉਹਨੇ ਫੋਨ ਤੇ ਉਸ ਟਾਈਮ ਗੱਲ ਵੀ ਕੀਤੀ, ਪਰੰਤੂ ਉੱਥੇ ਜਾ ਕੇ ਉਹਦਾ 6 ਮਹੀਨੇ ਬਾਅਦ ਬਿਆਨ ਆਇਆ, ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ। ਉਹ ਕਹਿੰਦਾ ਮੈਨੂੰ ਪਤਾ ਹੀ ਨਹੀਂ ਬੰਦੀ ਸਿੰਘ ਹੈ ਕੌਣ, ਜਦੋਂ ਕਿ ਅਸੀਂ ਉਹਨੂੰ ਮੌਕੇ ਤੇ ਲਿਸਟ ਸੌਂਪੀ। ਜਸਪਾਲ ਸਿੰਘ ਮੰਝ ਪਰ ਵਕੀਲ ਸੀ ਉੱਥੇ, ਸਾਰਾ ਉਹਨੇ ਡਾਕੂਮੈਂਟਸ ਉਹਨਾਂ ਤੇ, ਪਰ ਉਹ ਮੁੱਕਰ ਗਿਆ ਉਸ ਤੋਂ। ਦੇਖੋ, ਇਹ ਕਹਿ ਦੇਣਾ, ਦੱਸਣ ਤਾਂ ਸੀ ਵੀ ਕਿਹੜੇ ਛੱਡੇ ਆ, ਕਿਹੜੇ ਰਹਿਣੇ ਆ। ਤੁਹਾਨੂੰ ਹਜੇ ਤੱਕ ਕੋਈ ਲਿਸਟ ਨਹੀਂ ਦਿੱਤੀ ਸੀ ਕਿ ਆਹ ਬੰਦੀ ਸਿੰਘ ਅਸੀਂ ਛੱਡਦੇ ਨੇ, ਜਿਹੜੇ 9-10 ਦਾ ਨਾਮ ਵੀ ਜ਼ਿਕਰ ਹੋ ਰਿਹਾ ਕਿ 9-10 ਜਿਹੜੇ ਬੰਦੀ ਸਿੰਘ ਨੂੰ ਛੱਡਦੇ ਸੀ? ਨਹੀਂ, ਸਾਡੇ ਕੋਲ ਬਿਲਕੁਲ ਕੋਈ ਲਿਸਟ ਨਹੀਂ ਆਈ ਸਰਕਾਰ ਵੱਲੋਂ ਵੀ ਇਹ ਛੱਡਦੇ ਰਹਿਣੇ ਆ। ਅਸੀਂ ਤਾਂ ਜਿਨ੍ਹਾਂ ਦੀ ਮੰਗ ਕਰ ਰਹੇ ਹਾਂ 9 ਬੰਦੀ ਸਿੰਘਾਂ ਦੀ, ਉਹ ਦੱਸਣ ਤਾਂ ਸੀ ਵੀ ਉਹਨਾਂ 'ਚੋਂ ਇੱਕ ਵੀ ਛੱਡਿਆ। ਉਹਨਾਂ ਦੀ ਤਾਂ ਪਰੋਲਾਂ ਬੰਦ ਕਰ ਰਹੇ, ਜਿਹੜੇ 5 ਉਹਨਾਂ ਤੋਂ ਪਰੋਲ ਤੇ ਆਉਂਦੇ ਸੀ, ਉਹਨਾਂ ਦੀ ਪਰੋਲਾਂ ਹੀ ਹੁਣ ਇਹ ਤਕਰੀਬਨ ਬੰਦ ਕਰ ਰਹੇ ਆ। ਵੀ ਜਿਹੜੀ 8 ਦਿਨਾਂ ਦਾ ਪ੍ਰੋਸੈਸ ਸੀ ਉਹ 4-4 ਮਹੀਨੇ ਲਾ ਰਹੇ ਆ।
ਬਾਪੂ ਜੀ ਜਿਵੇਂ ਕੱਲ੍ਹ ਰੋਸ ਮਾਰਚ ਕੱਢਿਆ ਗਿਆ ਸੀ, ਅਜੇ ਜੇ ਆਉਣ ਵਾਲੇ ਸਮੇਂ ਤੇ ਕੋਈ ਇੱਦਾਂ ਦਾ ਪ੍ਰੋਗਰਾਮ ਹੋਰ ਲਿਖਿਆ ਜਾਵੇਗਾ ਜੇ ਸਰਕਾਰ ਦੇ ਕੰਮ ਤੇ ਕੋਈ ਜੋੜੀ ਤੁਸੀਂ ਪੇਸ਼ੀ ਦੀ ਮੰਗ ਕਰਦੇ ਹੋ ਕਿ ਪੇਸ਼ੀ ਹੋਵੇ? ਦੇਖੋ ਬਹੁਤ ਵੱਡੇ ਉਹ ਹੁਣ ਜਾ ਰਹੇ ਆ। ਕੱਲ ਜਿਹੜਾ ਇੱਕ ਹੋਰ ਦੱਸਦੇ ਆ ਵੀ 26 ਜਨਵਰੀ ਨੂੰ ਭਾਰਤ ਦੀ 15 ਦੇਸ਼ਾਂ 'ਚ ਜਿਹੜੀ ਅੰਬੈਸੀਆਂ ਉਹਨਾਂ ਦੇ ਅੱਗੇ ਰੋਸ ਮੁਜ਼ਾਹਰੇ ਹੋਏ ਆ। ਕਾਲੇ ਝੰਡੇ ਲੈ ਕੇ ਉਹਨਾਂ ਨੇ ਰੋਸ ਮੁਜ਼ਾਹਰਾ ਕਰਿਆ ਸੰਗਤਾਂ ਨੇ। ਆਉਣ ਵਾਲੇ ਦਿਨਾਂ 'ਚ ਜਿੱਥੇ ਇਹਨਾਂ ਦਾ ਇੱਥੇ ਅਸੀਂ ਕੋਈ ਤਕੜਾ ਪ੍ਰੋਗਰਾਮ ਲਿਖ ਸਕਦੇ ਹਾਂ, ਪਰ ਵਿਦੇਸ਼ਾਂ 'ਚ ਵੀ ਇਹਨਾਂ ਦਾ ਵਿਰੋਧ ਹੋਏਗਾ, ਕਿਉਂਕਿ ਇਹਨਾਂ ਦਾ ਪਤਾ ਲੱਗ ਜਾਣਾ ਜਿਹੜੇ ਬਾਰ-ਬਾਰ ਇਹ ਕਹਿੰਦੇ ਵੀ ਮਨੁੱਖੀ ਅਧਿਕਾਰਾਂ ਦਾ ਪਾਲਣ ਕਰਦੇ ਆ, ਪਰ ਇਹਨਾਂ ਦਾ ਜਿਹੜੇ ਉਹ ਚਿਹਰੇ ਨੰਗੇ ਹੋਣ ਜਾ ਰਹੇ। ਬਾਪੂ ਜੀ ਕੋਈ ਮਾਨ ਸਰਕਾਰ ਨਾਲ ਕੋਈ ਗੱਲਬਾਤ ਹੋਈ, ਭਗਵੰਤ ਮਾਨ ਸਰਕਾਰ ਨਾਲ ਵੀ ਜਿਹੜੇ ਪੰਜਾਬ ਵਾਲੇ ਕੇਸ ਹੋਣ? ਨਹੀਂ, ਅਜੇ ਤੱਕ ਬਿਲਕੁਲ ਕੋਈ ਗੱਲ ਨਹੀਂ ਉਹਨਾਂ ਦੇ ਨੁਮਾਇੰਦੇ ਨਾਲ ਹੋਈ, ਕੋਈ ਗੱਲ ਨਹੀਂ। ਇੱਕ 3 ਫਰਵਰੀ ਵਾਲੀ ਤਰੀਕ ਤੇ ਅਸੀਂ ਕਲੀਅਰ ਕਰਨਾ ਚਾਹੁੰਦੇ ਹਾਂ। 3 ਫਰਵਰੀ ਨੂੰ ਜਥੇਦਾਰ ਜਗਤਾਰ ਸਿੰਘ ਹਵਾਰਾ ਸਾਹਿਬ ਦੀ 31 ਨੰਬਰ FIR 1998 ਦੀ ਜਿਹੜੀ ਪੈਂਡਿੰਗ ਆ ਸੁਹਾਣਾ ਥਾਣਾ ਦੀ, ਉਹਦੀ ਤਰੀਕ ਹੈਗੀ ਆ। 12 ਜਨਵਰੀ ਨੂੰ ਉਹਨਾਂ ਦੀ ਪਿਛਲੀ ਡੇਟ ਸੀ, ਜਿਹਦੇ ਵਿੱਚ SSP ਮੋਹਾਲੀ ਨੂੰ ਆਰਡਰ ਕੀਤਾ ਸੀ ਕਿ ਉਹ ਵਾਰੰਟ ਉਹਨਾਂ ਦਾ ਜਿਹੜਾ ਖੁਦ ਉਹਨਾਂ ਦੀ ਪ੍ਰੋਡਕਸ਼ਨ ਦਾ ਅਰੇਂਜਮੈਂਟ ਕਰ। ਪਰ ਬੜੀ ਜਿਹੜੀ ਸ਼ੌਕਿੰਗ ਗੱਲ ਸੀ ਸਾਡੇ ਲਈ ਤੇ ਖਾਸ ਕਰਕੇ ਕੋਰਟ ਲਈ ਕਿ ਉਹਨਾਂ ਨੇ ਵਾਰੰਟ ਦੀ ਪ੍ਰੋਡਕਸ਼ਨ ਲਈ ਸਿਰਫ ਇੱਕ ਈਮੇਲ ਕਰਤਾ ਤਿਹਾੜ ਜੇਲ੍ਹ ਨੂੰ। ਅਦਰਵਾਈਜ਼ ਉਹਨਾਂ ਦੀ ਡਿਊਟੀ ਇਹ ਬਣਦੀ ਸੀ ਕਿ ਉਹ ਸਾਰਾ ਆਪਣਾ ਸਿਕਿਉਰਿਟੀ ਦਾ ਪ੍ਰਬੰਧ ਕਰਕੇ, ਜਿਹਨੂੰ ਗਾਰਡ ਕਹਿੰਦੇ ਆ, ਗਾਰਡ ਨਾਲ ਲੈ ਕੇ ਤਿਹਾੜ ਜੇਲ੍ਹ ਜਾਂਦੇ ਤੇ ਕੋਰਟ 'ਚ ਪੇਸ਼ ਕਰਦੇ। ਉਸ ਤੋਂ ਬਾਅਦ ਜੱਜ ਸਾਹਿਬ ਨੇ SSP ਮੋਹਾਲੀ ਦੀ ਐਕਸਪਲੇਨੇਸ਼ਨ ਵੀ ਕਾਲ ਕੀਤੀ ਆ ਕਿ ਤਿਹਾੜ ਜੇਲ੍ਹ ਨੂੰ ਮੇਲ ਕਰਨ ਨੂੰ ਕਿਹਨੇ ਕਿਹਾ ਸੀ, ਤੁਹਾਨੂੰ ਇਹ ਕਿਹਾ ਸੀ ਕਿ ਤੁਸੀਂ ਉਹਨਾਂ ਦੀ ਪ੍ਰੋਡਕਸ਼ਨ ਕਰੋ। ਹੁਣ 3 ਫਰਵਰੀ ਨੂੰ ਉਹਨਾਂ ਨੂੰ ਫਿਰ ਇਹੋ ਹੀ ਆਰਡਰ ਕੀਤਾ ਕਿ ਤੁਸੀਂ ਪ੍ਰੋਡਕਸ਼ਨ ਕਰੋ। ਜੇ ਇਸ ਵਾਰੀ ਵੀ ਇਹ ਪ੍ਰੋਡਕਸ਼ਨ ਨਹੀਂ ਕਰਦੇ ਤੇ ਸਾਡਾ ਜਿਹੜਾ ਅਗਲਾ ਪ੍ਰੋਟੈਸਟ ਦਾ ਰੂਪਰੇਖਾ ਇਦਾਂ ਹੋਏਗੀ ਕਿ ਅਸੀਂ ਇਹਨਾਂ ਨੂੰ ਜਿਹੜਾ ਵਾ ਚੀਫ ਮਿਨਿਸਟਰ ਨੂੰ ਜਾਂ ਪੰਜਾਬ ਦੇ ਚੀਫ ਮਿਨਿਸਟਰ ਨੂੰ ਤੇ ਜਾਂ ਜਿਹੜਾ ਕੋਈ ਹੋਰ ਅਸੀਂ ਪ੍ਰਬੰਧ ਕਰਾਂਗੇ ਕਿ ਜੁਡੀਸ਼ੀਅਲ ਕੰਪਲੈਕਸ ਜਿਹਦੀ ਇਹ ਇੱਕ ਜੱਜ ਹੁਕਮ ਕਰਦਾ ਹੈ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਮੰਨਣ ਨੂੰ ਤਿਆਰ ਨਹੀਂ, ਤੇ ਇਸ ਕਰਕੇ ਇਹ ਸਰਕਾਰਾਂ ਹੀ ਆਪਣੇ ਹੁਕਮ ਤੋਂ, ਆਪਣੇ ਕਨਸਟੀਟਿਊਸ਼ਨ ਤੋਂ, ਆਪਣੇ ਕਾਨੂੰਨ ਤੋਂ ਬਹੁਤ ਭੱਜ ਰਹੀਆਂ ਨੇ। ਅਸੀਂ ਕੋਸ਼ਿਸ਼ ਕਰਾਂਗੇ, ਜਿੱਦਾਂ ਕੱਲ ਬਹੁਤ ਵੱਡੀ ਇੱਕ ਪਬਲਿਕ ਓਪੀਨੀਅਨ ਕ੍ਰੀਏਟ ਹੋ ਗਈ ਆ ਇਸ ਕੌਮੀ ਇਨਸਾਫ ਮੋਰਚੇ ਦੇ ਨਾਲ, ਉੱਦਾਂ ਹੀ ਆ ਜਿਹੜੀ ਗੈਰ ਕਾਨੂੰਨੀ ਆ ਕਿ ਜਿਹੜਾ ਜਥੇਦਾਰ ਸਾਹਿਬ ਦੇ ਟ੍ਰਾਇਲ ਨਹੀਂ ਕੀਤੇ ਜਾ ਰਹੇ, ਉਹਦੇ ਤੇ ਪਬਲਿਕ ਓਪੀਨੀਅਨ ਕ੍ਰੀਏਟ ਕਰਕੇ ਅਸੀਂ ਬਹੁਤ ਵੱਡਾ ਰੋਸ ਮਾਰਚ ਕਰਾਂਗੇ। ਜੰਡਿਆਲਾ ਸਾਹਿਬ ਜਿਵੇਂ ਹੁਣ ਕੋਰਟ ਦੀ ਇਹ ਉਲੰਘਣਾ ਕਰਦੇ ਪਏ ਆ, ਨਹੀਂ ਕੋਰਟ ਦੇ ਹੁਕਮ ਨੂੰ ਮੰਨਦੇ ਪਏ, ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਹਦੀ ਵੀ ਕੋਈ ਅੱਗੇ ਐਪਲੀਕੇਸ਼ਨ ਜਾਂ ਰਿਪੋਰਟ? ਇਸ ਤੋਂ ਅੱਗੇ ਜੱਜ ਸਾਹਿਬ ਨੇ ਖੁਦ ਹੀ ਐਕਸਪਲੇਨੇਸ਼ਨ ਮੰਗ ਲਈ ਹੈ SSP ਮੋਹਾਲੀ ਦੀ। ਜੇ ਉਸ ਤੋਂ ਬਾਅਦ ਵੀ ਨਹੀਂ ਕਰਨਗੇ ਫਿਰ ਅਸੀਂ ਉਹਨਾਂ ਦੀ ਕੰਟੈਂਪਟ ਪ੍ਰੋਸੀਡਿੰਗ ਚਲਾਵਾਂਗੇ ਜੀ। ਬਾਪੂ ਜੀ, ਗਜਿੰਦਰ ਸਿੰਘ ਸ਼ੇਖਾਵਤ ਦੀ ਤੁਸੀਂ ਗੱਲ ਕੀਤੀ ਹੈ, ਕੱਲ ਤਲਵੰਡੀ ਸਾਬੋ ਸੀਗੇ, ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਵੀ ਕੀਤੀ ਹੈ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜੀ ਦਸਖਤ ਮੁਹਿੰਮ ਚਲਾਈ ਜਾ ਰਹੀ ਹੈ ਉਹਦੇ ਤੇ ਸਾਈਨ ਵੀ ਕੀਤੇ ਨੇ, ਤੁਸੀਂ ਕਿੱਦਾਂ ਦੇਖਦੇ ਹੋ? ਦੇਖੋ, ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਸਖਤ ਦੀ ਮੁਹਿੰਮ ਚਲਾਈ ਆ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ, ਉਹ ਚਲੋ ਉਹਨਾਂ ਵੱਲੋਂ ਕਰੀ ਠੀਕ ਹੈ, ਪਰ ਉਹ ਕਿਹੜੀ ਉਸ ਤੇ ਕਰਕੇ ਕਿਸ ਤੋਂ ਇਨਸਾਫ ਲੈਣਾ ਚਾਹੁੰਦਾ? ਪਰ ਗਜਿੰਦਰ ਸਿੰਘ ਸ਼ੇਖਾਵਤ ਆਪ ਮੰਤਰੀ ਹੈ ਜੀ, ਉਹਨੂੰ ਦਸਖਤ ਕੀ ਉਹ ਤਾਂ ਕਰਾਵੇ, ਦਸਖਤ ਕਰਕੇ ਉਹ ਕਿਸ ਤੋਂ ਮੰਗ ਕਰ ਰਿਹਾ? ਜਦ ਸਰਕਾਰ ਉਹਦੀ ਹੈ, ਦਸਖਤਾਂ ਨਾਲ ਤਾਂ ਡਰਾਮੇਬਾਜ਼ੀ ਕਰ ਰਿਹਾ ਉਹ ਜੀ। ਜੇ ਉਹ ਤੁਸੀਂ ਮੰਨਦੇ ਹੋ ਕਿ SGPC ਵੀ ਬੰਦੀ ਸਿੰਘਾਂ ਦੀ ਰਿਹਾਈ ਮੰਗਦੀ ਹੈ, ਸ਼੍ਰੋਮਣੀ ਅਕਾਲੀ ਦਲ ਵੀ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਿਹਾ ਹੈ, ਕੀ ਨਾਲ ਮਿਲਣ ਦੀ ਲੋੜ ਹੈ ਜਾਂ ਗੱਲਬਾਤ ਕਰਨ ਦੀ ਲੋੜ ਹੈ? ਕਿਉਂਕਿ ਪਿੱਛੇ ਜਦੋਂ ਹਰਜਿੰਦਰ ਸਿੰਘ ਧਾਮੀ ਮੋਰਚੇ ਦੇ ਵਿੱਚ ਆਉਂਦੇ ਨੇ ਤੇ ਮੋਰਚੇ ਵਾਲੇ ਸਾਰੇ ਹੀ ਕਹਿੰਦੇ ਨੇ ਕਿ ਅਸੀਂ ਸੱਦਿਆ ਨਹੀਂ ਸੀਗਾ, ਲੇਕਿਨ ਸਿੱਧੇ ਤੌਰ ਤੇ ਤੁਹਾਡੇ ਤੋਂ ਸਵਾਲ ਕੀਤੇ ਕਿ ਤੁਸੀਂ ਸੱਦਿਆ ਸੀ, ਤੁਸੀਂ ਉਹਨਾਂ ਨੂੰ ਬੁਲਾਇਆ ਸੀ, ਤਾਂ ਜਿਹੜੇ SGPC ਪ੍ਰਧਾਨ ਨੇ ਉਹ ਆਏ ਸੀ। ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਹਵਾਰਾ ਜੀ ਦੇ ਪਿਤਾ ਜੀ ਨੂੰ ਜਾ ਕੇ ਪੁੱਛੋ ਕਿ ਉਹਨਾਂ ਨੇ ਸੱਦਿਆ ਸੀ ਜਾਂ ਨਹੀਂ ਸੱਦਿਆ ਹੈ। ਤੁਹਾਡੇ ਕੋਲ ਸਬੂਤ ਕਰ ਦੇਣਗੇ ਉਹ ਕਲੀਅਰ ਵੀ ਮੈਂ ਸੱਦਿਆ, ਮੈਂ ਕੋਈ ਫੋਨ ਕਰਿਆ, ਮੈਂ ਉਹਨਾਂ ਕੋਲ ਗਿਆ ਕੋਈ ਸੱਦਾ ਪੱਤਰ ਲੈ ਕੇ। ਐਵੇਂ ਮੈਨੂੰ ਝੂਠਾ ਕਰੀ ਜਾਣਾ, ਇਹ ਕੋਈ ਉਹ ਨਹੀਂ ਹੈ। ਪਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਅੱਜ ਕਰ ਰਿਹਾ ਉਹਦੀ ਮਜਬੂਰੀ ਹੈ ਬੰਦੀ ਸਿੰਘਾਂ ਦੀ ਰਿਹਾਈ ਦੀ, ਕਿਉਂਕਿ ਜਦੋਂ ਉਹਦੀ ਸਰਕਾਰ 10 ਸਾਲ ਪੰਜਾਬ 'ਚ ਰਹੀ ਹੈ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਰਹੀ ਹੈ ਸੈਂਟਰ 'ਚ, ਸਿਮਰਤ ਕੌਰ ਬਾਦਲ ਉਹ 'ਚ ਮੰਤਰੀ ਰਹੀ ਹੈ, ਉਦੋਂ ਤਾਂ ਬੰਦੀ ਸਿੰਘਾਂ ਦੀ ਰਿਹਾਈ ਕਰਾ ਨਹੀਂ ਸਕੇ। ਮੈਂ ਇੱਕ ਗੱਲ ਸਪਸ਼ਟ ਕਰ ਦਿਆਂ, ਜਥੇਦਾਰ ਜਗਤਾਰ ਸਿੰਘ ਹਵਾਰਾ ਦੀ 2015 'ਚ ਅਸੀਂ ਉਹਨਾਂ ਦੇ ਜਿਹੜੇ ਕੇਸ ਸੀ ਦਿੱਲੀ ਉਹ ਖਤਮ ਹੋ ਗਏ ਸੀ। ਉਸ ਤੋਂ ਬਾਅਦ ਪੰਜਾਬ ਤਬਦੀਲੀ ਦੀ ਹਾਈ ਕੋਰਟ ਤੋਂ ਐਪਲੀਕੇਸ਼ਨ ਦੇ ਕੇ ਉਹਨਾਂ ਨੇ ਮਨਜ਼ੂਰੀ ਦਿੱਤੀ, ਪਰੰਤੂ ਇਹਨਾਂ ਨੇ ਪੰਜਾਬ ਸਰਕਾਰ ਨੇ ਕਿ ਜੇ ਜਗਤਾਰ ਸਿੰਘ ਹਵਾਰਾ ਪੰਜਾਬ ਆਉਂਦਾ ਤਾਂ ਅਮਨ ਸ਼ਾਂਤੀ ਭੰਗ ਹੁੰਦੀ ਹੈ।
ਅੱਜ ਉਹ ਉਹਨਾਂ ਨਾਲ ਬੰਦੀ ਸਿੰਘਾਂ ਨਾਲ ਹਮਦਰਦੀ ਦਿਖਾ ਰਹੇ ਹੈ। ਫਿਰ ਜਿਹੜਾ ਦੂਜਾ 3 ਸਿੰਘ ਸ਼ਹੀਦ ਭਾਈ ਗੁਰਬਖਸ਼ ਸਿੰਘ ਨੇ ਇੱਥੇ ਅੰਬ ਸਾਹਿਬ ਮੋਰਚਾ ਲਾਇਆ ਸੀ, ਪਰੋਲ ਤੇ ਆਣੇ ਸ਼ੁਰੂ ਹੋਏ ਆ, ਉਹਨਾਂ ਨਾਲ ਸ੍ਰੀ ਅਕਾਲ ਤਖਤ ਦੇ ਮੌਕੇ ਦੇ ਜਥੇਦਾਰ ਗੁਰਬਚਨ ਸਿੰਘ ਨੇ ਤੇ ਕੇਸਗੜ੍ਹ ਸਾਹਿਬ ਦੇ ਮੱਲ ਸਿੰਘ ਨੇ ਵਾਅਦਾ ਕੀਤਾ ਸੀ ਕਿ ਅਸੀਂ 1 ਮਹੀਨੇ ਦੇ ਅੰਦਰ ਅੰਦਰ ਇਹਨਾਂ ਦੀ ਪੱਕੀ ਰਿਹਾਈ ਕਰਾ ਦੇਣੀ ਹੈ, ਪਰੰਤੂ ਉਸ ਤੋਂ ਵੀ ਮੁੱਕਰ ਗਏ। ਦੇਖੋ ਇਹਨਾਂ ਨੇ ਤਾਂ ਤਖਤਾਂ ਦਾ ਵੀ ਤੋਹੀਨ ਕੀਤੀ ਹੈ, ਉੱਥੇ ਜਿਹੜਾ ਫੈਸਲਾ ਕਰਾ ਕੇ ਉਹਨੂੰ ਆਪ ਨਾ ਮੰਨਣਾ, ਦੱਸੋ ਕਿੰਨੀ ਉਹ ਹੈ। ਉਹ ਅੱਜ ਕਹਿ ਰਹੇ ਹਨ ਵੀ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ, ਉਹਨਾਂ ਦੀ ਮਜਬੂਰੀ ਹੈ। ਬਾਪੂ ਜੀ ਕੀ ਲੱਗਦਾ ਤੁਹਾਨੂੰ, ਜੇ ਕੌਮੀ ਇਨਸਾਫ ਮੋਰਚਾ ਇਹ ਨਹੀਂ ਚਾਹੁੰਦਾ ਕਿ ਸਾਰੇ ਇਕਜੁੱਟ ਹੋਣ, ਭਾਵੇਂ ਐਸਜੀਪੀਸੀ ਹੋਵੇ ਜਾਂ ਅਕਾਲੀ ਦਲ, ਜੇ ਅੱਜ ਉਹ ਆਵਾਜ਼ ਚੁੱਕ ਰਹੇ ਆ, ਤੁਹਾਨੂੰ ਲੱਗਦਾ ਕਿ ਉਹ ਵੀ ਤੁਹਾਡੇ ਪਲੇਟਫਾਰਮ ਤੇ ਆ ਕੇ ਆਵਾਜ਼ ਚੁੱਕਣਗੇ ਤੇ ਇਹ ਆਵਾਜ਼ ਜਿਹੜੀ ਇੱਕ ਵੱਡੇ ਪੱਧਰ ਤੇ ਬੁਲੰਦ ਹੋ ਸਕਦੀ ਹੈ? ਦੇਖੋ ਕੌਮ ਇਕਜੁੱਟ ਹੈ, ਪੰਥ ਜਿਹੜਾ ਪੰਥਕ ਮੁੱਦਿਆਂ ਤੇ ਉਹ ਕਰਦਾ, ਪੰਥ ਦੀ ਗੱਲ ਕਰਦਾ, ਉਹ ਅੱਜ ਵੀ ਇਕਜੁੱਟ ਹੈ। ਇੱਥੇ ਸਾਰੇ ਆ ਰਹੇ ਹੈ, ਪਰ ਜਿਹੜੇ ਪੰਥ ਨੂੰ ਪਿਛਲੇ ਬੇਦਾਵੇ ਦੇ ਗਏ, ਜਿਹੜੇ ਪੰਥ ਤੋਂ ਖਿਲਾਫ ਫੈਸਲੇ ਲੈ ਗਏ, ਉਹਨਾਂ ਦਾ ਹੁਣ ਦਾ ਇੱਥੇ ਕੀ? ਪਰ ਗੁਰੂ ਸਾਹਿਬ ਨੇ ਤੇ ਬਦਾਵੇ ਵੀ ਪਾੜਦੇ ਸੀ ਨਾ, ਆਪਾਂ ਦੇਖਦੇ ਆ ਕਿ ਉਹ ਜੋ ਜ਼ਿਕਰ ਹੁੰਦਾ, ਅੱਜ ਕਿਉਂ ਨਹੀਂ ਬਦਾਵਾ ਪਾੜਦੇ? ਦੇਖੋ ਉਹਨਾਂ ਦੀਆਂ ਕੁਰਬਾਨੀਆਂ ਤੇ ਇਹਨਾਂ ਦੀ ਕੁਰਬਾਨੀਆਂ ਨੂੰ ਤੁਸੀਂ ਬਰਾਬਰ ਨਾ ਸਮਝੋ। ਬਾਪੂ ਗੁਰਚਰਨ ਸਿੰਘ ਜੀ, ਜਿਹੜੇ ਝੂਠੇ ਪੁਲਿਸ ਮੁਕਾਬਲੇ ਕਰਨ ਵਾਲੇ ਅਫਸਰ ਨੇ, ਉਹ ਦੇਖਣ ਉਹ ਵੀ ਸਿੱਖਣੇ। ਕੱਲ ਨੂੰ ਤੁਸੀਂ ਕਹੋਗੇ ਉਹਨਾਂ ਨੂੰ ਵੀ ਅਸੀਂ ਬਿਠਾ ਲਈਏ ਵੀ ਉਹਨਾਂ ਦਾ ਵੀ ਬਦਾਵਾ ਪਾੜ ਦਈਏ, ਉਹਨਾਂ ਦਾ ਬਦਾਵਾ ਕਿੱਦਾਂ ਪਾੜਿਆ ਜਾ ਸਕਦਾ ਜਿਨ੍ਹਾਂ ਨੇ ਸਿੱਖਾਂ ਨੂੰ ਹੀ ਗੱਭੇ ਤੋਂ ਪਾੜਿਆ ਹੋਵੇ, ਗੋਲੀਆਂ ਮਾਰੀਆਂ ਹੋਣ। ਸੋ ਇਸ ਮੋਰਚੇ ਦੇ ਅੰਦਰ ਉਹ ਜਿਹੜੇ ਬੰਦੇ ਦੋਸ਼ੀ ਧਿਰ ਹੈ ਉਹਨੂੰ ਕਿੱਦਾਂ ਸੱਦਿਆ ਜਾ ਸਕਦਾ? ਇੱਥੇ ਇਹ ਕੁਦਰਤੀ ਗੱਲ ਹੈ, ਉਹ ਧਿਰ ਨੂੰ ਨਹੀਂ ਇਨਵੋਲਵ ਕੀਤਾ ਜਾ ਸਕਦਾ। ਫਿਰ ਇਸ ਮੋਰਚੇ ਦਾ ਜਿਹੜੇ ਮੰਗਾਂ ਨੇ, ਕਨਸੈਪਟ ਹੈ, ਉਹ ਖਤਮ ਹੋ ਗਿਆ। ਪਹਿਲੇ ਦਿਨ ਤੁਹਾਡੀ ਸਟੇਜ ਸੀ ਜਦੋਂ ਲੱਗੀ ਸੀ, ਪਹਿਲੇ ਦਿਨ ਦੀ ਸਟੇਜ ਦੇ ਉੱਤੋਂ ਸੰਬੋਧਨ ਕਰਕੇ ਤੁਹਾਡੇ ਆਗੂਆਂ ਨੇ ਆਖਿਆ ਸੀ ਕਿ ਇੱਥੇ ਕੋਈ ਵੀ ਰਾਜਨੀਤਿਕ ਧਿਰ ਆ ਸਕਦੀ ਆ ਆਪਣਾ ਝੰਡਾ ਪਿੱਛੇ ਰੱਖ ਕੇ, ਜਿੱਦਾਂ ਕਿਸਾਨ ਆਗੂ ਕਹਿੰਦੇ ਸੀ। ਉਹ ਫਿਰ ਉਸ ਬਿਆਨ ਤੋਂ ਕੀ ਲੱਗਦਾ? ਦੇਖੋ ਜੀ, ਰਾਜਨੀਤੀ ਧਿਰ ਇਹ ਤਾਂ ਨਹੀਂ ਹੈਗਾ ਵੋਟਾਂ ਲੜਨ ਵਾਲੀਆਂ ਹੀ ਹੋਣ। ਰਾਜਨੀਤੀ ਤਾਂ ਰਾਜਨੀਤੀ ਦੀ ਗੱਲ ਕਰਨ ਵਾਲੀ ਧਿਰ ਵੀ ਹੋ ਸਕਦੀ ਹੈ, ਰਾਜ ਮੰਗਣ ਵਾਲੀ ਵੀ ਹੋ ਸਕਦੀ ਹੈ, ਸਟੇਟ ਤੇ ਰਾਜ ਵਾਲੀ ਵੀ ਹੋ ਸਕਦੀ ਹੈ। ਸਾਡੀ ਜਿਹੜੀ ਬੇਨਤੀ ਉਹਨਾਂ ਲੋਕਾਂ ਨੂੰ ਹੈ ਜਿਹੜੀ ਅਸੀਂ 4 ਮੰਗਾਂ ਮੰਗੀਆਂ ਨੇ। ਗੁਰੂ ਗ੍ਰੰਥ ਸਾਹਿਬ ਜੀ ਦੇ ਕਾਤਲਾਂ ਨੂੰ, ਦੋਸ਼ੀਆਂ ਨੂੰ ਸਜ਼ਾਵਾਂ ਦਿਓ। ਬਹਿਬਲ ਕਲਾਂ ਗੋਲੀकांड ਦੇ ਜਿਹੜੇ ਦੋਸ਼ੀ ਪੁਲਿਸ ਅਫਸਰ ਸੀ ਜਾਂ ਜਿਨ੍ਹਾਂ ਨੇ ਹੁਕਮ ਦਿੱਤੇ, ਉਹਨਾਂ ਨੂੰ ਸਜ਼ਾਵਾਂ ਹੋਣ। 328 ਸਰੂਪਾਂ ਦੇ ਮਾਮਲੇ 'ਚ ਸਖਤ ਸਜ਼ਾਵਾਂ ਹੋਣ ਤੇ ਬੰਦੀ ਸਿੰਘਾਂ ਦੀ ਰਿਹਾਈ ਨਹੀਂ। ਜਿਹੜੇ ਬੰਦੇ ਇਹ ਤੋਂ ਬਿਨਾਂ ਦੋਸ਼ੀ ਨਹੀਂ ਹੈਗੇ ਜਾਂ ਧਿਰ ਨਹੀਂ ਹੈਗੇ, ਉਹ ਬੰਦੇ ਆ ਸਕਦੇ ਨੇ, ਮੋਸਟ ਵੈਲਕਮ ਹੈ। ਅਸੀਂ ਤੇ ਚਾਹੁੰਦੇ ਸਾਰਾ ਪੰਜਾਬ ਆਵੇ। ਕੱਲ ਵੀ ਆਇਆ, ਤੁਸੀਂ ਦੇਖੋ ਕੱਲ ਕੌਮੀ ਇਨਸਾਫ ਮੋਰਚੇ ਨੂੰ, ਜਿੱਦਾਂ ਬਾਪੂ ਜੀ ਨੇ ਦੱਸਿਆ, ਅਮਰੀਕਾ ਦੀ 5 ਸਟੇਟਾਂ ਦੇ ਵਿੱਚ ਪ੍ਰੋਟੈਸਟ ਹੋਇਆ। ਉੱਥੇ ਸਿੱਖਾਂ ਨੇ ਕੌਮੀ ਇਨਸਾਫ ਮੋਰਚੇ ਨੂੰ ਸਮਰਥਨ ਦਿੱਤਾ। ਇੰਗਲੈਂਡ ਦੇ ਵਿੱਚ, ਜਰਮਨੀ ਦੇ ਵਿੱਚ ਤੇ ਯੂਰਪ ਦੀ ਹੋਰ ਕਈ ਕੰਟਰੀਆਂ ਨੇ। ਤੇ ਸਾਡੇ ਕੋਲੇ ਜਿਹੜੀ ਜਾਣਕਾਰੀ ਆ ਰਹੀ ਹੈ ਕਿ ਇਹੋ ਜਿਹਾ ਪ੍ਰੋਗਰਾਮ ਵਿਦੇਸ਼ਾਂ ਦੇ ਵਿੱਚ, ਯੂਰਪ ਦੇ ਵਿੱਚ ਸਿੱਖ ਸੰਗਤਾਂ ਉਲੀਕ ਰਹੀਆਂ ਨੇ ਕਿ ਇੱਕੋ ਦਿਨ 50 ਤੋਂ ਵੱਧ ਕੰਟਰੀਆਂ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਜਿਹੜੀ ਮੰਗ ਹੈ ਉਹ ਕੀਤੀ ਜਾਵੇ। ਬਾਪੂ ਗੁਰਚਰਨ ਸਿੰਘ ਜੀ, ਆਪਣਾ ਅੰਮ੍ਰਿਤਪਾਲ ਸਿੰਘ ਦੇ ਆਉਣ ਦੀ ਗੱਲ ਕੀਤੀ ਜਾ ਰਹੀ ਹੈ, ਉਹ ਕਦੋਂ ਇੱਥੇ ਆ ਰਹੇ ਨੇ? ਇਹ ਪੰਥਕ ਲੀਡਰ ਹੈ, ਜਿਨ੍ਹਾਂ ਨੂੰ ਤੁਸੀਂ ਪੰਥ ਕਹਿੰਦੇ, ਪੰਥਕ ਲੀਡਰਾਂ ਤੋਂ ਪੁੱਛੋ ਵੀ ਇਹ ਦੱਸਣਗੇ ਇਹਨਾਂ ਦਾ। ਭਾਈ ਅੰਮ੍ਰਿਤਪਾਲ ਸਿੰਘ ਜੀ ਪਰਸੋਂ ਨੂੰ 29 ਤਰੀਕ ਨੂੰ ਆ ਰਹੇ ਨੇ ਜੀ। ਇੱਥੇ ਆਉਣਾ, ਉਹਨਾਂ ਦੇ ਨੁਮਾਇੰਦੇ ਪਹੁੰਚ ਗਏ ਆ ਤੇ ਉਹਨਾਂ ਨੇ ਪਰਸੋਂ ਨੂੰ ਸਾਰੇ ਵਹੀਰ ਸਮੇਤ ਇੱਥੇ ਸ਼ਮੂਲੀਅਤ ਕਰਨੀ ਆ। ਦੇਖੋ ਵੀ ਉਹ ਰਹਿਣ ਦਾ ਪ੍ਰੋਗਰਾਮ ਉਹਨਾਂ ਦਾ ਕਿੰਨੇ ਦਿਨਾਂ ਦਾ, ਉਹ ਉਹਨਾਂ ਤੇ ਡਿਪੈਂਡ ਕਰਦਾ। ਉਹਨਾਂ ਨੇ 29 ਤਰੀਕ ਨੂੰ ਇੱਥੇ ਪਹੁੰਚ ਜਾਣਾ। ਬਾਪੂ ਜੀ, ਇੱਕ ਚੀਜ਼ ਹੋਰ ਹੈ, ਤੁਸੀਂ ਕਹਿੰਦੇ ਹੋ ਕੱਲ ਮੋਰਚੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਰੋਸ ਮਾਰਚ ਨਿਕਲਿਆ, ਉਹਦੇ ਵਿੱਚ ਸਰਕਾਰਾਂ ਵੀ ਹਿੱਲੀਆਂ ਨੇ, ਸਰਕਾਰਾਂ ਦੇ ਕੰਨ ਤੱਕ ਹਿੱਲੇ ਨੇ। ਉਸ ਹਿੱਲੇ ਦਾ ਅਸਰ ਕਿੰਨਾ ਕੁ ਹੋਇਆ? ਤੁਹਾਡੇ ਕੋਲ ਕਿੰਨੀ ਕੁ ਵਾਰ ਆਏ ਨੇ? ਔਰ ਉਸ ਤੋਂ ਬਾਅਦ ਕੀ ਤੁਹਾਨੂੰ ਕੋਲ ਕੋਈ ਕਾਲ ਆਇਆ, ਕੋਈ ਫੋਨ ਆਇਆ, ਕੋਈ ਮੀਟਿੰਗ ਹੋਈ, ਕੋਈ ਚਰਚਾ ਹੋਈ? ਇਹ ਤਾਂ ਤੁਸੀਂ ਹਿਲਾਉਣੇ ਆ, ਜਿਹੜੀ ਸਾਡੀ ਆਵਾਜ਼ ਅੱਜ ਦੇਸ਼ ਵਿਦੇਸ਼ ਤੱਕ ਤੁਸੀਂ ਪਹੁੰਚਾਉਣੀ ਹੈ ਨਾ, ਇਹ ਜ਼ਿੰਮੇਵਾਰੀ ਤੁਹਾਡੀ ਹੈ। ਤੁਸੀਂ ਵੀ ਕੌਮੀ ਇਨਸਾਫ ਮੋਰਚੇ ਨਾਲ ਉਨਾ ਹੀ ਸਮਰਪਿਤ ਹੈ ਜਿੰਨੇ ਅਸੀਂ ਹੈ। ਇਸ ਕਰਕੇ ਇਹ ਆਵਾਜ਼ ਪਹੁੰਚਾਓ ਸਰਕਾਰਾਂ ਤੱਕ ਵੀ ਇੰਨਾ ਇਕੱਠ ਹੋਇਆ, ਇਹ ਮੰਗ ਸੀ ਉੱਥੇ ਸੰਗਤਾਂ ਦੀ ਜਿਹੜੀ ਪਹੁੰਚੀਆਂ। ਸੋ ਤੁਹਾਡਾ ਫਰਜ਼ ਬਣਦਾ। ਇਹ ਆਵਾਜ਼ ਪਹੁੰਚ ਰਹੀ, ਲੇਕਿਨ ਤੁਹਾਡੇ ਕੋਲ ਵੀ ਕਾਲ ਆਇਆ? ਨਹੀਂ, ਅਜੇ ਤੱਕ ਕੋਈ ਕਾਲ ਨਹੀਂ। 7 ਤਰੀਕ ਨੂੰ ਗੁਰਵਿੰਦਰ ਸਿੰਘ ਨੇ ਦੱਸਿਆ ਸੀ ਕਿ ਜੀ ਤੁਸੀਂ ਕਿਹਾ ਸੀ ਕਿ ਸਾਡੇ ਕੋਲ ਪ੍ਰਸ਼ਾਸਨਿਕ ਅਧਿਕਾਰੀ ਆਏ ਆ, ਪਰ ਉਦੋਂ ਕਿਹਾ ਸੀ ਕਿ ਸ਼ਾਇਦ 5 ਮੰਤਰੀ ਵੀ ਪਹੁੰਚ ਰਹੇ ਆ। ਕਿਸੇ ਮੰਤਰੀ ਨਾਲ ਕੋਈ ਗੱਲਬਾਤ ਨਹੀਂ ਹੋਈ ਉਸ ਤੋਂ ਬਾਅਦ ਦੇ ਵਿੱਚ ਕੋਈ? ਮੋਰਚਾ ਲੱਗਣ ਤੋਂ ਪਹਿਲਾਂ ਦੀ ਗੱਲ ਹੈ, ਉਹ ਬਾਰ-ਬਾਰ ਦੱਸ ਚੁੱਕੇ ਆ ਕਿ ਜਿਸ ਦਿਨ ਮੋਰਚਾ ਲੱਗਣਾ ਸੀ, ਹਾਂਜੀ ਹਾਂਜੀ, ਉਸ ਦਿਨ ਉਹ ਕਹਿੰਦੇ ਸੀ ਵੀ ਆ ਕੇ ਗੱਲ ਕਰ ਲਓ। ਤੇ ਅਸੀਂ ਕਿਹਾ ਵੀ ਕੋਈ ਨਾ, ਅਸੀਂ ਹੁਣ ਪੱਕੇ ਹੀ ਬੈਠ ਗਏ ਆ, ਜਦੋਂ ਮਰਜ਼ੀ ਗੱਲ ਕਰ ਲਿਓ। ਠੀਕ ਹੈ ਨਾ। ਉਸ ਤੋਂ ਬਾਅਦ ਕੋਈ ਨਹੀਂ ਆਇਆ। ਉਹ ਤਾਂ ਇੱਕ ਤਰ੍ਹਾਂ ਦਾ ਉਹਨਾਂ ਦੀ ਇੱਕ ਚਾਲ ਸੀ ਜਾਂ ਛੜਯੰਤਰ ਸੀ, ਜਿਸ ਤਰ੍ਹਾਂ ਉਹਨਾਂ ਨੇ ਪਹਿਲਾਂ
11 ਜਨਵਰੀ 2022 ਨੂੰ ਸੰਗਤਾਂ ਨੂੰ, ਬਾਪੂ ਜੀ ਹੋਰਾਂ ਨੂੰ, ਐਡਵੋਕੇਟ ਸਰਦਾਰ ਅਮਰ ਸਿੰਘ ਚਾਹਲ ਹੋਰਾਂ ਨੂੰ ਭਰੋਸੇ 'ਚ ਲੈ ਲਿਆ ਬੁਲਾ ਕੇ ਵੀ ਅਸੀਂ ਛੱਡ ਦਿਆਂਗੇ ਜੀ। ਹੁਣ ਰਾਜਪਾਲ ਬਹੁਤ ਸਨਮਾਨਿਤ ਅਹੁਦੇ ਤੇ ਬੈਠੇ ਆ, ਜੇ ਏਡੇ ਵੱਡੇ ਮਤਲਬ ਗਵਰਨਰ ਕਹਿ ਰਿਹਾ ਵੀ ਛੱਡ ਦਿਆਂਗੇ ਤਾਂ ਹੋਰ ਬਾਕੀ ਪ੍ਰਸ਼ਾਸਨ ਤਾਂ ਉਹਨਾਂ ਦੇ ਹੇਠ ਹੈ। ਤਾਂ ਉਸ ਦਿਨ ਤਾਂ ਸਾਨੂੰ ਕੇਵਲ ਪ੍ਰਸ਼ਾਸਨ ਹੀ ਭਰੋਸਾ ਦੇ ਰਿਹਾ ਸੀ, ਸੋ ਉਹਨਾਂ ਦੇ ਭਰੋਸੇ ਦੇ ਉੱਤੇ ਯਕੀਨ ਕਰਨਾ ਉਹਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਤੇ ਹੁਣ ਵੀ ਅਸੀਂ ਇਹੀ ਬੇਨਤੀ ਕਰਦੇ ਹਾਂ। ਔਰ ਇੱਕ ਗੱਲ ਹੋਰ ਅਸੀਂ ਤੁਹਾਡੇ ਜਰੀਏ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਹਾਂ ਕਿ 3 ਤਰੀਕ ਨੂੰ ਜਥੇਦਾਰ ਜਗਤਾਰ ਸਿੰਘ ਹਵਾਰਾ ਹੋਰਾਂ ਦੀ ਜਿਹੜੀ ਪੇਸ਼ੀ ਹੈ, ਜਿਹਦੇ ਬਾਰੇ ਵਕੀਲ ਸਾਹਿਬ ਨੇ ਦੱਸਿਆ ਦਲਸ਼ੇਰ ਜੀ ਨੇ, ਜੇਕਰ ਉਹਦੇ ਪ੍ਰਤੀ ਸਰਕਾਰ ਸੰਜੀਦਾ ਨਹੀਂ ਹੁੰਦੀ ਔਰ ਨਹੀਂ ਲੈ ਕੇ ਆਉਂਦੀ ਤਾਂ ਇੱਕ ਸਖਤ ਐਕਸ਼ਨ ਜਿਹੜਾ ਹੈਗਾ ਅਸੀਂ ਫਿਰ ਉਸੇ ਦਿਨ ਸ਼ਾਮ ਨੂੰ ਐਲਾਨ ਕਰਾਂਗੇ। ਸਖਤ ਐਕਸ਼ਨ ਕਿਸ ਤਰੀਕੇ ਦਾ ਹੋ ਸਕਦਾ? ਇਹ ਉਸੇ ਦਿਨ ਦੱਸਾਂਗੇ। ਠੀਕ ਹੈ ਜੀ, ਧੰਨਵਾਦ। ਅੰਤ 'ਚ ਅਸੀਂ ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਜਿਹੜੀਆਂ ਵੀ ਪੰਥਕ ਧਿਰਾਂ ਜਾਂ ਜੋ ਪੰਥ ਗੈਰ ਸਿੱਖ ਜਥੇਬੰਦੀਆਂ, ਗੈਰ ਸਿੱਖ ਫਿਰਕੇ, ਮੁਸਲਮਾਨ, ਹਿੰਦੂ ਭਰਾ ਜਿਹੜੇ ਸ਼ਾਮਲ ਹੋਏ ਆ, ਉਹਨਾਂ ਵੱਲੋਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਖਾਸ ਇੱਕ ਕਰਕੇ। ਹੋਰ ਗੱਲ ਤੁਸੀਂ ਜਿਹੜੀ ਕਹੀ ਹੈ ਨਾ ਜੀ ਕਿ ਅਕਾਲੀ ਦਲ ਜਿਹੜਾ ਹੈ ਬਾਦਲ ਨੂੰ ਸ਼ਾਮਿਲ ਕਰ ਲਈ, ਅਕਾਲੀ ਦਲ ਬਾਦਲ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਦੇ ਤੌਰ ਤੇ ਆਪਣੀ ਮੁਆਫੀਨਾਮਾ ਲਿਖ ਕੇ ਦੇਣ, ਅੱਗੇ ਉਹ ਪੰਥ ਦੇ ਵਿੱਚ ਪੇਸ਼ ਕਰ ਦੇਗਾ। ਜੇ ਉਹ ਮਾਫ ਕਰ ਦੇਣਗੇ ਤਾਂ ਪੰਥ ਮਾਫ ਕਰ ਦੇਗਾ, ਉਹਨਾਂ ਕੋਲ ਹੈਗਾ ਰਾਹ, ਤੋਰੋ ਉਹਨਾਂ ਨੂੰ ਇੱਧਰ, ਉਹਨਾਂ ਨੂੰ ਦੱਸੋ ਵੀ ਤੁਸੀਂ ਉਦਾਈਆਂ ਕੀਤੀਆਂ ਨੇ, ਤੁਸੀਂ ਜਥੇਦਾਰ ਸਾਹਿਬ ਦੇ ਕੋਲ ਮਾਫੀ ਮੰਗੋ। ਮਾਫੀ ਮੰਗਣ ਦੇ ਨਾਲ ਉਹ ਜਿਸ ਤਰ੍ਹਾਂ ਦਾ ਸਿੱਖ ਵਿਧੀ ਵਿਧਾਨ ਹੈਗਾ ਉਹਦੇ ਅਨੁਸਾਰ ਵੇਖ ਲੈਣਗੇ, ਜੇ ਮਾਫੀ ਦੇ ਕਾਬਲ ਹੋਣਗੇ, ਕੀ ਉਹਨਾਂ ਨੂੰ ਤਨਖਾਹ ਲੈਣੀ ਉਹ ਗੱਲ ਕਰ ਲੈਣਗੇ, ਇੱਧਰ ਆ ਜਾਣ, ਕਰ ਲੈਣ ਪਹਿਲੇ, ਫਿਰ ਮੋਰਚੇ ਦੇ ਵਿੱਚ ਸ਼ਾਮਲ ਹੋਣਾ ਕੋਈ ਮੁਸ਼ਕਲ ਹੀ ਨਹੀਂ ਹੈਗਾ, ਆਣ ਇੱਧਰ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ।